Kanchan Outlook. ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਇ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਸ ਮਨੁੱਖ ਦੇ ਮਨ ਵਿੱਚ ਉਹ ਸੱਚਾ ਪ੍ਰਭੂ ਵਸਦਾ ਹੈ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵਸਦਾ ਹੈ, ਜੋ ਆਪਣੇ ਮੁਖ ਤੋਂ ਵੀ ਉਸ ਪ੍ਰਭੂ ਨੂੰ ਜਪਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਕਿ ਮਨ ਦੇ ਵਿੱਚ ਵੀ ਸਾਚਾ ਹੈ, ਮੁਖ ਦੇ ਵਿੱਚ ਵੀ ਸਾਚਾ ਹੈ। ਅਵਰ ਨਾ ਪੇਖੈ ਏਕਸ ਬਿਨ ਕੋਇ, ਉਸ ਇੱਕ ਅਕਾਲ ਪੁਰਖ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਨਹੀਂ ਤੱਕਦਾ, ਹੋਰ ਨੂੰ ਨਹੀਂ ਵੇਖਦਾ, ਭਾਵ ਕਿ ਕਿਸੇ ਹੋਰ ਤੱਕ ਉਹ ਕੋਈ ਉਮੀਦ ਨਹੀਂ ਰੱਖਦਾ। ਜਿਸ ਮਨੁੱਖ ਦੇ ਵਿੱਚ ਅਜਿਹੇ ਗੁਣ ਹੋਣ, ਉਸ ਮਨੁੱਖ ਨੂੰ ਬ੍ਰਹਮ ਗਿਆਨੀ ਕਹਿ ਸਕਦੇ ਹਾਂ, ਜਾਂ ਜਿਸ ਮਨੁੱਖ ਨੇ ਇਹ ਗੁਣ ਆਪਣੇ ਅੰਦਰ ਧਾਰਨ ਕਰ ਲਏ, ਉਹ ਬ੍ਰਹਮ ਗਿਆਨੀ ਬਣ ਜਾਂਦਾ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਇਹ ਵਾਲੀ ਜੋ ਅਸ਼ਟਪਦੀ ਹੈ, ਇਹਦੇ ਵਿੱਚ ਬ੍ਰਹਮ ਗਿਆਨੀ ਦੀ ਹੀ ਗੱਲ ਹੋਣੀ ਹੈ ਕਿ ਜੋ ਮਨੁੱਖ ਬ੍ਰਹਮ ਗਿਆਨੀ ਬਣ ਜਾਏ ਤਾਂ ਉਹ ਕਿਹੋ ਜਿਹਾ ਹੁੰਦਾ ਹੈ, ਉਹਦੇ ਵਿੱਚ ਕਿਸ ਪ੍ਰਕਾਰ ਦੇ ਗੁਣ ਹੁੰਦੇ ਨੇ। ਕਈ ਸਾਰੇ ਕੁਦਰਤੀ ਵਰਤਾਰਿਆਂ ਦੇ ਨਾਲ ਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਤੁਲਨਾ ਕੀਤੀ ਹੈ। ਸੋ ਇਹਨਾਂ ਪਹਿਲੀਆਂ ਹੀ ਪੰਕਤੀਆਂ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਜੋ ਬ੍ਰਹਮ ਗਿਆਨੀ ਹੈ ਉਹ ਸਦਾ ਹੀ ਨਿਰਲੇਪ ਰਹਿੰਦਾ ਹੈ। ਕੋਈ ਵੀ ਵਿਕਾਰ, ਕੋਈ ਵੀ ਮੋਹ ਉਹਨੂੰ ਚੰਬੜਦਾ ਨਹੀਂ। ਉਹ ਮੋਹ ਅਤੇ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ, ਜਿਵੇਂ ਕਿ ਚਿੱਕੜ ਦੇ ਵਿੱਚ ਉੱਗ ਕੇ ਕਮਲ ਦਾ ਫੁੱਲ ਚਿੱਕੜ ਤੋਂ ਸਾਫ਼ ਰਹਿੰਦਾ ਹੈ। ਸਾਡੇ ਆਸ-ਪਾਸ ਬੜੇ ਵਿਕਾਰ ਨੇ ਤੇ ਇੱਕ ਆਮ ਇਨਸਾਨ ਉਹਨਾਂ ਵਿਕਾਰਾਂ ਨੂੰ ਗ੍ਰਹਿਣ ਕਰ ਲੈਂਦਾ ਹੈ, ਉਹਨਾਂ ਵਿਕਾਰਾਂ ਨੂੰ ਧਾਰਨ ਕਰ ਲੈਂਦਾ ਹੈ। ਇੱਕ ਆਮ ਇਨਸਾਨ ਮਾਨੋ ਇੱਕ ਚੁੰਬਕ ਹੈ ਤੇ ਇਹ ਵਿਕਾਰ ਲੋਹਾ ਨੇ, ਤੇ ਆਮ ਇਨਸਾਨ ਇਹਨਾਂ ਵਿਕਾਰਾਂ ਨੂੰ ਖਿੱਚ ਲੈਂਦਾ ਹੈ। ਪਰ ਜਦੋਂ ਮਨੁੱਖ ਬ੍ਰਹਮ ਗਿਆਨੀ ਹੋ ਜਾਏ ਤਾਂ ਉਹ ਇਹਨਾਂ ਵਿਕਾਰਾਂ ਵੱਲੋਂ ਨਿਰਲੇਪ ਰਹਿੰਦਾ ਹੈ। ਉਹਦੇ ਆਸ-ਪਾਸ ਵਿਕਾਰ ਹੁੰਦੇ ਨੇ ਪਰ ਉਹਨਾਂ ਨੂੰ ਗ੍ਰਹਿਣ ਨਹੀਂ ਕਰਦਾ। ਜਿਵੇਂ ਕਿ ਕਮਲ ਦੇ ਫੁੱਲ ਦੇ ਆਸ-ਪਾਸ ਚਿੱਕੜ ਹੁੰਦਾ ਹੈ, ਚਿੱਕੜ ਦੇ ਵਿੱਚ ਹੀ ਉਹ ਉੱਗਦਾ ਹੈ, ਪਰ ਖੁਦ ਚਿੱਕੜ ਤੋਂ ਬਚਿਆ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਸੂਰ ਤੋਂ ਭਾਵ ਸੂਰਜ। ਕਹਿੰਦੇ ਜਿਸ ਪ੍ਰਕਾਰ ਸੂਰਜ ਹਰ ਪ੍ਰਕਾਰ ਦੇ ਰਸਾਂ ਨੂੰ ਸੋਖ ਲੈਂਦਾ ਹੈ ਜਾਂ ਸੁਕਾ ਦਿੰਦਾ ਹੈ। ਕੋਈ ਰਸਦਾਰ ਫਲ ਹੋਏ ਜਾਂ ਕਿਸੇ ਬਰਤਨ ਦੇ ਵਿੱਚ ਰਸ ਪਾ ਕੇ ਅਸੀਂ ਧੁੱਪ ਦੇ ਵਿੱਚ ਰੱਖ ਦਈਏ ਤਾਂ ਥੋੜ੍ਹੀ ਦੇਰ ਦੇ ਵਿੱਚ ਉਹ ਸੁੱਕ ਜਾਂਦਾ ਹੈ, ਸੋਖਿਆ ਜਾਂਦਾ ਹੈ, ਵਾਸ਼ਪਿਤ ਹੋ ਕੇ ਹਵਾ ਦੇ ਵਿੱਚ ਰਲ ਜਾਂਦਾ ਹੈ। ਉਸੇ ਪ੍ਰਕਾਰ ਹੀ ਇੱਕ ਬ੍ਰਹਮ ਗਿਆਨੀ ਸਾਰੇ ਹੀ ਪਾਪਾਂ ਨੂੰ ਸੁਕਾ ਦਿੰਦਾ ਹੈ ਤੇ ਖੁਦ ਪਾਪਾਂ ਤੋਂ ਬਚਿਆ ਰਹਿੰਦਾ ਹੈ। ਜੇਕਰ ਕੋਈ ਪਾਪ ਉਹਦੇ ਮਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਪਾਪ ਨੂੰ ਸਾੜ ਦਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਰੰਕ ਤੋਂ ਭਾਵ ਕੰਗਾਲ। ਜਿਸ ਪ੍ਰਕਾਰ ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਕੰਗਾਲ ਮਨੁੱਖ ਹੋਵੇ, ਵਗਦੀ ਹੋਈ ਹਵਾ ਦੋਨਾਂ ਨੂੰ ਇੱਕੋ ਜਿਹੀ ਹੀ ਮਹਿਸੂਸ ਹੋਏਗੀ। ਜੇ ਹਲਕੀ ਵਗ ਰਹੀ ਹੈ ਤਾਂ ਹਲਕੀ ਮਹਿਸੂਸ ਹੋਏਗੀ, ਜੇ ਹਨੇਰੀ ਚੱਲ ਰਹੀ ਹੈ ਤਾਂ ਹਨੇਰੀ ਮਹਿਸੂਸ ਹੋਏਗੀ, ਫਰਕ ਨਹੀਂ ਹੋਏਗਾ। ਉਸੇ ਪ੍ਰਕਾਰ ਹੀ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਇੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਸਾਰੇ ਹੀ ਇੱਕੋ ਜਿਹੇ ਹੁੰਦੇ ਹਨ। ਉਹਦੇ ਲਈ ਕੋਈ ਉੱਚਾ ਕੋਈ ਨੀਵਾਂ ਨਹੀਂ ਹੁੰਦਾ, ਕੋਈ ਚੰਗਾ ਕੋਈ ਮੰਦਾ ਨਹੀਂ ਹੁੰਦਾ। ਉਹ ਸਭ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ ਤੇ ਸਭ ਨਾਲ ਇੱਕੋ ਜਿਹਾ ਹੀ ਸਲੂਕ ਕਰਦਾ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਵਸਦਾ ਕੋਊ ਖੋਦੈ ਕੋਊ ਚੰਦਨ ਲੇਪ। ਵਸਦਾ ਤੋਂ ਭਾਵ ਧਰਤੀ।
ਧਰਤੀ ਨਾਲ ਮਨੁੱਖ ਬੜਾ ਵੱਖਰਾ ਵੱਖਰਾ ਸਲੂਕ ਕਰਦਾ ਹੈ। ਕੋਈ ਇਸ ਨੂੰ ਖੋਦ ਰਿਹਾ ਹੈ, ਕੋਈ ਇਸ ਨੂੰ ਪੂਜ ਰਿਹਾ ਹੈ, ਕੋਈ ਇਸ ਤੇ ਚੰਦਨ ਦਾ ਲੇਪ ਕਰ ਰਿਹਾ ਹੈ। ਜਿਉ ਵਸੁਦਾ ਕੋਊ ਖੋਦੈ, ਕੋਊ ਚੰਦਨ ਲੇਪ। ਬ੍ਰਹਮ ਗਿਆਨੀ ਕੈ ਧੀਰਜ ਏਕ। ਇਹ ਸਭ ਕੁਝ ਕਰਦਿਆਂ ਹੋਇਆਂ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਸ ਦੀ ਪੂਜਾ ਕਰ ਰਿਹਾ ਹੈ ਜਾਂ ਉਹਨੂੰ ਖੋਦ ਰਿਹਾ ਹੈ। ਇਸੇ ਪ੍ਰਕਾਰ ਹੀ ਬ੍ਰਹਮ ਗਿਆਨੀ ਦੇ ਅੰਦਰ ਵੀ ਇੱਕ ਤਾਰ ਹੌਸਲਾ ਬਣਿਆ ਰਹਿੰਦਾ ਹੈ। ਕੋਈ ਉਸ ਨੂੰ ਮਾੜਾ ਬੋਲ ਕੇ ਚੱਲ ਜਾਏ, ਕੋਈ ਉਸ ਨੂੰ ਚੰਗਾ ਬੋਲ ਕੇ ਚੱਲ ਜਾਏ, ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ। ਉਹ ਆਪਣੀ ਸਥਿਰਤਾ ਵਾਲੀ ਸਥਿਤੀ ਦੇ ਵਿੱਚ ਕਾਇਮ ਰਹਿੰਦਾ ਹੈ। ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿਜ ਸੁਭਾਅ। ਤੇ ਬ੍ਰਹਮ ਗਿਆਨੀਆਂ ਦੇ ਇਹੀ ਗੁਣ ਹਨ। ਜੇਕਰ ਕੋਈ ਬ੍ਰਹਮ ਗਿਆਨੀ ਹੈ ਤਾਂ ਉਹਦੇ ਵਿੱਚ ਇਹ ਗੁਣ ਹਨ। ਇਹ ਨਹੀਂ ਹੋ ਸਕਦਾ ਕਿ ਇਹ ਗੁਣ ਵੀ ਨਹੀਂ ਤੇ ਮਨੁੱਖ ਬ੍ਰਹਮ ਗਿਆਨੀ ਵੀ ਹੋਵੇ। ਬ੍ਰਹਮ ਗਿਆਨੀ ਉਹੀ ਹੈ ਜਿਹਦੇ ਵਿੱਚ ਇਹ ਸਾਰੇ ਗੁਣ ਹਨ। ਇਹ ਸਾਰੇ ਗੁਣ ਹੀ ਬ੍ਰਹਮ ਗਿਆਨਤਾ ਦਾ ਮੂਲ ਹਨ। ਜਿਵੇਂ ਕਿ ਅੱਗ ਦਾ ਸਹਿਜ ਸੁਭਾਅ ਹੈ ਸਾੜਨਾ। ਜੇ ਅੱਗ ਹੈ ਤੇ ਉਹ ਸਾੜੇਗੀ। ਇਹ ਨਹੀਂ ਹੋ ਸਕਦਾ ਕਿ ਅੱਗ ਵੀ ਹੈ ਤੇ ਸਾੜ ਵੀ ਨਹੀਂ ਰਹੀ। ਸੋ ਉਸੇ ਪ੍ਰਕਾਰ ਹੀ ਇਹ ਨਹੀਂ ਹੋ ਸਕਦਾ ਕਿ ਬ੍ਰਹਮ ਗਿਆਨੀ ਵੀ ਹੈ ਤੇ ਉਹਦੇ ਵਿੱਚ ਇਹ ਗੁਣ ਵੀ ਨਹੀਂ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਜਿਸ ਪ੍ਰਕਾਰ ਕੇ ਪਾਣੀ ਨੂੰ ਮੈਲ ਨਹੀਂ ਲੱਗਦੀ, ਉਸੇ ਪ੍ਰਕਾਰ ਹੀ ਬ੍ਰਹਮ ਗਿਆਨੀ ਵੀ ਸਦਾ ਹੀ ਨਿਰਮਲ ਰਹਿੰਦਾ ਹੈ। ਉਹਨੂੰ ਵੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉੱਪਰ ਆਕਾਸ਼। ਧਰ ਤੋਂ ਭਾਵ ਧਰਤੀ। ਜਿਸ ਪ੍ਰਕਾਰ ਕੀ ਧਰਤੀ ਦੇ ਉੱਪਰ ਆਕਾਸ਼ ਹੈ, ਅਸੀਂ ਜਿੱਥੇ ਵੀ ਚਲੇ ਜਾਈਏ ਧਰਤੀ ਦੇ ਉੱਪਰ ਸਾਨੂੰ ਆਕਾਸ਼ ਨਜ਼ਰ ਆਉਂਦਾ ਹੀ ਰਹੇਗਾ। ਹਰ ਥਾਂ ਮੌਜੂਦ ਹੈ ਆਕਾਸ਼ ਧਰਤੀ ਦੇ ਉੱਪਰ। ਉਸੇ ਪ੍ਰਕਾਰ ਹੀ ਬ੍ਰਹਮ ਗਿਆਨੀ ਦੇ ਮਨ ਵਿੱਚ ਇਹ ਚਾਨਣ ਹੋ ਜਾਂਦਾ ਹੈ ਕਿ ਉਹ ਪ੍ਰਭੂ ਵੀ ਹਰ ਥਾਂ ਮੌਜੂਦ ਹੈ। ਅਸੀਂ ਕਿਤੇ ਵੀ ਚਲੇ ਜਾਈਏ ਉਹ ਸਾਡੇ ਨਾਲ ਹੀ ਹੁੰਦਾ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਵਿੱਚ ਕੋਈ ਅਭਿਮਾਨ ਨਹੀਂ ਹੁੰਦਾ, ਹੰਕਾਰ ਨਹੀਂ ਹੁੰਦਾ। ਇਸ ਕਰਕੇ ਉਹਦੇ ਲਈ ਮਿੱਤਰ ਅਤੇ ਸ਼ਤਰੂ ਦੋਨੋਂ ਇੱਕ ਸਮਾਨ ਹੁੰਦੇ ਹਨ। ਕੋਈ ਸਾਡਾ ਮਿੱਤਰ ਜਾਂ ਵੈਰੀ ਸਾਡੀ ਮੈਂ ਕਰਕੇ ਹੀ ਬਣਦਾ ਹੈ। ਕੋਈ ਸਾਡੇ ਨਾਲ ਚੰਗਾ ਸਲੂਕ ਕਰ ਜਾਏ ਤੇ ਅਸੀਂ ਕਹਿੰਦੇ ਹਾਂ ਕਿ ਉਹਨੇ ਮੇਰੇ ਨਾਲ ਚੰਗਾ ਸਲੂਕ ਕੀਤਾ ਹੈ, ਇਸ ਲਈ ਉਹ ਮੇਰਾ ਮਿੱਤਰ ਹੈ। ਜਾਂ ਕੋਈ ਬੁਰਾ ਕਰ ਜਾਏ ਤਾਂ ਅਸੀਂ ਕਹਿੰਦੇ ਹਾਂ ਉਹਨੇ ਮੇਰਾ ਨੁਕਸਾਨ ਕਰ ਦਿੱਤਾ ਹੈ, ਇਸ ਲਈ ਉਹ ਮੇਰਾ ਦੁਸ਼ਮਣ ਹੈ। ਇਹ ਜੋ ਮੇਰਾ ਹੈ, ਇਹ ਜੋ ਮੈਂ ਹੈ, ਇਸ ਮੈਂ ਦੇ ਕਰਕੇ ਹੀ ਸਾਡੇ ਆਸ-ਪਾਸ ਦੇ ਲੋਕ ਸਾਨੂੰ ਮਿੱਤਰ ਜਾਂ ਵੈਰੀ ਲੱਗਦੇ ਨੇ। ਤੇ ਬ੍ਰਹਮ ਗਿਆਨੀ ਦੇ ਵਿੱਚ ਇਹ ਮੈਂ ਹੀ ਨਹੀਂ ਹੁੰਦੀ, ਉਹਦੀ ਮੈਂ ਹੀ ਮਿਟ ਜਾਂਦੀ ਹੈ। ਉਹਦੇ ਵਿੱਚ ਕੋਈ ਅਭਿਮਾਨ ਨਹੀਂ ਰਹਿ ਜਾਂਦਾ। ਇਸੇ ਲਈ ਹੀ ਉਹਦੇ ਲਈ ਮਿੱਤਰ ਤੇ ਵੈਰੀ ਸਾਰੇ ਇੱਕ ਸਮਾਨ ਹੀ ਹੁੰਦੇ ਨੇ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣਾ ਹੈ ਸਭ ਤੇ ਨੀਚਾ। ਆਤਮਕ ਅਵਸਥਾ ਦੇ ਵਿੱਚ ਬ੍ਰਹਮ ਗਿਆਨੀ ਸਭ ਤੋਂ ਉੱਚਾ ਹੁੰਦਾ ਹੈ, ਪਰ ਆਪਣੇ ਮਨ ਦੇ ਵਿੱਚ ਉਹ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਉਹੀ ਮਨੁੱਖ ਬਣਦੇ ਹਨ, ਹੇ ਨਾਨਕ, ਜਿਨ੍ਹਾਂ ਨੂੰ ਉਹ ਪ੍ਰਭੂ ਆਪ ਬਣਾਉਂਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਆਪਣੇ ਆਪ ਨੂੰ ਇੰਨਾ ਨੀਵਾਂ ਸਮਝਦਾ ਹੈ ਕਿ ਉਹ ਖੁਦ ਨੂੰ ਹੋਰਨਾਂ ਮਨੁੱਖਾਂ ਦੇ ਪੈਰਾਂ ਦੀ ਧੂੜ ਬਣ ਕੇ ਰਹਿੰਦਾ ਹੈ। ਖੁਦ ਨੂੰ ਦੂਜਿਆਂ ਦੇ ਪੈਰਾਂ ਦੀ ਧੂੜ ਹੀ ਮੰਨ ਕੇ ਚੱਲਦਾ ਹੈ। ਇੰਨਾ ਆਪਣੇ ਆਪ ਨੂੰ ਉਹ ਨੀਵਾਂ ਕਰਕੇ ਰੱਖਦਾ ਹੈ, ਕਿਉਂਕਿ ਆਤਮ ਰਸ ਬ੍ਰਹਮ ਗਿਆਨੀ ਚੀਨਾ। ਉਹਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੁੰਦਾ ਹੈ।
ਉਹਨੂੰ ਸਮਝ ਆ ਗਈ ਹੁੰਦੀ ਹੈ ਕਿ ਇਹ ਮੈਂ ਜੋ ਹੈ ਇਹ ਆਤਮਿਕ ਆਨੰਦ ਦੇ ਰਾਹ ਦੇ ਵਿੱਚ ਬਹੁਤ ਵੱਡਾ ਰੋੜਾ ਹੈ। ਇਸੇ ਲਈ ਉਹ ਆਪਣੇ ਆਪ ਨੂੰ ਨੀਵਾਂ ਕਰਕੇ ਰੱਖਦਾ ਹੈ, ਆਪਣੀ ਮੈਂ ਨੂੰ ਖਤਮ ਕਰਕੇ ਰੱਖਦਾ ਹੈ। ਅਸਲੀ ਆਤਮਿਕ ਆਨੰਦ ਦਾ ਰਸਤਾ ਉਹਨੇ ਲੱਭ ਲਿਆ ਹੁੰਦਾ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਦੀ ਸਭ ਉੱਪਰ ਹੀ ਖੁਸ਼ੀ ਦੀ ਨਿਗਾਹ ਹੁੰਦੀ ਹੈ ਤੇ ਉਹਦੇ ਤੋਂ ਕੋਈ ਵੀ ਮੰਦਾ ਕੰਮ ਨਹੀਂ ਹੁੰਦਾ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸਦਾ ਹੀ ਸਾਰੇ ਹੀ ਜੀਵਾਂ ਨੂੰ ਇੱਕੋ ਨਜ਼ਰ ਨਾਲ ਤੱਕਣ ਵਾਲਾ ਹੁੰਦਾ ਹੈ। ਜਿਸ ਵੱਲ ਤੱਕਦਾ ਹੈ, ਜਿਸ ਵੱਲ ਬ੍ਰਹਮ ਗਿਆਨੀ ਦੀ ਨਿਗਾਹ ਹੁੰਦੀ ਹੈ, ਦ੍ਰਿਸ਼ਟੀ ਹੁੰਦੀ ਹੈ, ਇਹ ਸਮਝੋ ਕਿ ਉਸ ਮਨੁੱਖ ਦੇ ਉੱਪਰ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਉਹਦੀ ਜੀਵਨ ਜੁਗਤੀ ਵੀ ਨਿਰਮਲ ਹੁੰਦੀ ਹੈ, ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਗਿਆਨ ਹੀ ਬ੍ਰਹਮ ਗਿਆਨੀ ਦੀ ਆਤਮਿਕ ਖੁਰਾਕ ਹੁੰਦਾ ਹੈ ਤੇ ਬ੍ਰਹਮ ਗਿਆਨੀ ਦਾ ਧਿਆਨ ਸਦਾ ਹੀ ਬ੍ਰਹਮ ਦੇ ਵਿੱਚ ਬਣਿਆ ਰਹਿੰਦਾ ਹੈ, ਸਦਾ ਹੀ ਉਸ ਪ੍ਰਭੂ ਦੇ ਵਿੱਚ ਜੁੜਿਆ ਰਹਿੰਦਾ ਹੈ। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी दी सिर्फ ते सिर्फ उस अकाल पुरख दे उपर आस हुंदी है ते उहदी उच्ची आत्मक अवस्था नूं कोई भी नाश नहीं कर सकता। ब्रह्म ज्ञानी का गरीबी समाहा, ब्रह्म ज्ञानी पर उपकार उमाहा। ब्रह्म ज्ञानी दे हिरदे विच सदा ही गरीबी टिकी रहिंदी है ਤੇ ਦੂਜਿਆਂ ਦੀ ਭਲਾਈ ਕਰਨ ਦਾ ਉਹਨੂੰ ਚਾਅ ਚੜਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਧੰਦਾ ਸ਼ਬਦ ਤੋਂ ਇੱਥੇ ਅਰਥ ਕਾਰੋਬਾਰ ਨਹੀਂ ਹੈ। ਇਹ ਨਹੀਂ ਹੈ ਕਿ ਜੋ ਬ੍ਰਹਮ ਗਿਆਨੀ ਹੈ ਉਹਦਾ ਕੋਈ ਕਾਰੋਬਾਰ ਨਹੀਂ ਹੁੰਦਾ। ਅਸਲ ਦੇ ਵਿੱਚ ਅਰਥ ਇਹ ਹੈ ਕਿ ਉਹਦੇ ਮਨ ਦੇ ਵਿੱਚ ਮਾਇਆ ਦਾ ਕੋਈ ਜੰਜਾਲ ਨਹੀਂ ਹੁੰਦਾ। ਜੋ ਵੀ ਗੁਣ ਉਸ ਪਰਮਾਤਮਾ ਨੇ ਉਹਨੂੰ ਬਖਸ਼ੇ ਨੇ, ਜਿਨ੍ਹਾਂ ਦੇ ਆਧਾਰ ਤੇ ਉਹਨੇ ਆਪਣੇ ਜੀਵਨ ਦੇ ਵਿੱਚ ਆਪਣਾ ਕਾਰੋਬਾਰ ਚੁਣਿਆ ਹੈ, ਉਸ ਕਾਰੋਬਾਰ ਤੋਂ ਉਹਨੂੰ ਥੋੜਾ ਜਾਂ ਬਹੁਤਾ ਜੋ ਵੀ ਬਣਦਾ ਹੈ ਉਹਦੇ 'ਚ ਉਹ ਖੁਸ਼ ਰਹਿੰਦਾ ਹੈ। ਉਹਨੂੰ ਕੋਈ ਉਲਾਂਭਾ ਨਹੀਂ ਹੁੰਦਾ, ਉਹਦੀ ਰਜ਼ਾ ਦੇ ਵਿੱਚ ਖੁਸ਼ ਰਹਿੰਦਾ ਹੈ। क्योंकि ब्रह्म ज्ञानी ले धावत बंदा। धावत भाव कि साडा भटकदा होया मन। ब्रह्म ज्ञानी दे विच ताकत हुंदी है कि वह अपने भटकदे होए मन नूं बन सकदा है, काबू कर सकदा है। ये साडा भटकदा होया मन ही हुंदा है जो साडियां इच्छावां नूं बहुत ज़्यादा वधा दिंदा है ਤੇ ਉਹ ਇੱਛਾਵਾਂ ਹੀ ਸਾਡੇ ਮਨ ਦੇ ਵਿੱਚ ਮਾਇਆ ਦਾ ਜੰਜਾਲ ਪੈਦਾ ਕਰਦੀਆਂ ਨੇ। ਸੋ ਬ੍ਰਹਮ ਗਿਆਨੀ ਦੇ ਕੋਲ ਆਪਣੇ ਭਟਕਦੇ ਹੋਏ ਮਨ ਨੂੰ ਕਾਬੂ ਕਰਨ ਦੀ ਤਾਕਤ ਹੁੰਦੀ ਹੈ, ਇਸ ਲਈ ਉਹਦੇ ਮਨ ਵਿੱਚ ਕੋਈ ਮਾਇਆ ਦਾ ਜੰਜਾਲ ਵੀ ਨਹੀਂ ਹੁੰਦਾ। ਬ੍ਰਹਮ ਗਿਆਨੀ ਕਾ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ। ਪ੍ਰਭੂ ਵੱਲੋਂ ਜੋ ਕੁਝ ਵੀ ਹੁੰਦਾ ਹੈ ਬ੍ਰਹਮ ਗਿਆਨੀ ਦੇ ਮਨ ਵਿੱਚ ਉਹ ਸਭ ਕੁਝ ਭਲਾ ਹੀ ਪ੍ਰਤੀਤ ਹੁੰਦਾ ਹੈ। ਜਿਵੇਂ ਆਪਾਂ ਪਹਿਲਾਂ ਕਿਹਾ ਹੈ ਕਿ ਉਹਦੀ ਰਜ਼ਾ ਦੇ ਵਿੱਚ ਉਹ ਹਮੇਸ਼ਾ ਹੀ ਖੁਸ਼ ਰਹਿੰਦਾ ਹੈ। ਇਸੇ ਲਈ ਹੀ ਉਹਦਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਦੀ ਸੰਗਤ ਵਿੱਚ ਸਭ ਦਾ ਬੇੜਾ ਪਾਰ ਹੁੰਦਾ ਹੈ, ਕਿਉਂਕਿ ਬ੍ਰਹਮ ਗਿਆਨੀ ਦੇ ਰਾਹੀਂ ਸਾਰਾ ਜਗਤ ਹੀ ਪ੍ਰਭੂ ਦਾ ਨਾਮ ਜਪਣ लग पैंदा है। ब्रह्म ज्ञानी का एक है रंग, ब्रह्म ज्ञानी का बसै प्रभ संग। रंग तो भाव है प्यार। ब्रह्म ज्ञानी दे हिरदे दे विच सिर्फ एक अकाल पुरख दा प्यार वसदा है ते ओ अकाल पुरख ओ प्रभु सदा ही उहदे अंग संग रहिंदा है।
ब्रह्म ज्ञानी का नाम आधार, ब्रह्म ज्ञानी का नाम परिवार। परमात्मा का नाम ही ब्रह्म ज्ञानी के जीवन का आसरा हुंदा है, आधार हुंदा है, ते नाम ही उसका परिवार हुंदा है। ब्रह्म ज्ञानी सदा सद जागत, ब्रह्म ज्ञानी अहंबुद त्यागत। ब्रह्म ज्ञानी सदा ही जागदा रहिंदा है। ये नहीं है कि वह सौंदा नहीं, सरीरक तौर पर जागण की गल नहीं, आत्मक तौर पर जागण की गल हो रही है कि जो ब्रह्म ज्ञानी है वह विकारां के हमले वालों सदा सुचेत रहिंदा है ते अपनी मैं करन वाली जो मत है उन्होंने त्याग दिंदा है। ब्रह्म ज्ञानी का मन परमानंद, ब्रह्म ज्ञानी का घर सदा आनंद। ब्रह्म ज्ञानी के मन विच उच्चे सुख का मालक वो परमात्मा आप वसदा है। इसे लिए ही उहदे हिरदे रूप घर विच सदा ही खुशी ते खिड़ाओ बनिया रहिंदा है, आनंद बनिया रहिंदा है। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी सदा ही सुख अते शांति दे विच टिकिया रहिंदा है। हे नानक, ब्रह्म ज्ञानी की इस उच्ची आत्मक अवस्था का कदे भी नाश नहीं हुंदा। ब्रह्म ज्ञानी ब्रह्म का बेता, ब्रह्म ज्ञानी एक संग हेता। बेता तो भाव महरम जां वाकिफ। जो ब्रह्म ज्ञानी है उस ब्रह्म जानी के अकाल पुरख का वाकफ बन जाता है ते उहदा सिर्फ ते सिर्फ उस अकाल पुरख दे नाल ही हेत भाव की प्यार हुंदा है। ब्रह्म ज्ञानी का होए अचिंत, ब्रह्म ज्ञानी का निर्मल मंत। ब्रह्म ज्ञानी सदा ही बेफिक्री दे विच रहिंदा है। ये एक बहुत वड्डी क्वालिटी है, बेफिक्री दे विच रहना। जो मनुख बेफिक्री दे विच रहना सीख गया, जीवन दे विच आउण वाली वड्डी तो वड्डी अड़चन भी उन्होंने दुखी नहीं कर सकती। सो ब्रह्म ज्ञानी बेफिक्री दे विच रहिंदा है ते उहदा उपदेश, उहदा मंत होरनां नूं भी पवित्र करन वाला हुंदा है। ब्रह्म ज्ञानी जिस करै प्रभ आप। ब्रह्म ज्ञानी ओही है जिन्हों वो परमात्मा खुद ब्रह्म ज्ञानी बनाउंदा है। ब्रह्म ज्ञानी का बड़ प्रताप, ब्रह्म ज्ञानी का जगत दे विच बड़ा ही नामना हो जाता है। ब्रह्म ज्ञानी का दर्श बड़ भागी पाइए, ब्रह्म ज्ञानी को बल बल जाइए। ब्रह्म ज्ञानी का दीदार बड़े ही भागां दे नाल पाईदा है ते ब्रह्म ज्ञानी तो सदा ही सदके जाईदा है। ब्रह्म ज्ञानी को खोजै महेश्वर, नानक ब्रह्म ज्ञानी आप परमेश्वर। महेश्वर तो भाव महा ईश्वर शिव जी आदਿਕ देवते। गुरु जी कहते कि शिव जी आदਿਕ देवते भी ब्रह्म ज्ञानी नूं भालदे फिरदे हन। हे नानक, वो अकाल पुरख आप ही ब्रह्म ज्ञानी का रूप है। ब्रह्म ज्ञानी की कीमत नाहे, ब्रह्म ज्ञानी का सगल मन माहे। ब्रह्म ज्ञानी दे गुणां दा मुल नहीं पै सकदा, सारे ही गुण उहदे मन दे अंदर समाए हुए ने। ब्रह्म ज्ञानी का कौन जानै भेद, ब्रह्म ज्ञानी को सदा आदेश। आदेश तो भाव प्रणाम। गुरु जी कहते कि ब्रह्म ज्ञानी की उच्ची जिंदगी का भेद कौन पा सकता है। इसलिए क्योंकि असी उसकी उच्ची जिंदगी का भेद नहीं पा सकते, तो उहदे अगे न्याउणा ही, उन्होंने प्रणाम करना ही साडे लई फबदा है। ब्रह्म ज्ञानी का कथया ना जाए अधाकर, ब्रह्म ज्ञानी सर्ब का ठाकुर। ब्रह्म ज्ञानी सारे ही जीवां दा मालक है। उहदी महिमा दा अद्धा अखर भी नहीं किया जा सकता। ब्रह्म ज्ञानी की मित कौन बखाना, उहदी उच्ची जिंदगी का अंदाज़ा कौन ला सकता है। ब्रह्म ज्ञानी की गत ब्रह्म ज्ञानी जाने। ब्रह्म ज्ञानी की उच्ची आत्मक अवस्था उहदे वर्गा ब्रह्म ज्ञानी ही जान सकता है। ब्रह्म ज्ञानी का अंत ना पार, नानक ब्रह्म ज्ञानी को सदा नमस्कार।
ਬ੍ਰਹਮ ਗਿਆਨੀ ਦੇ ਗੁਣਾਂ ਦਾ ਕੋਈ ਅੰਤ ਪਾਰ ਨਹੀਂ ਹੈ, ਕੋਈ ਹੱਦ ਬੰਨਾ ਨਹੀਂ ਹੈ। ਹੇ ਨਾਨਕ, ਸਦਾ ਹੀ ਬ੍ਰਹਮ ਗਿਆਨੀ ਨੂੰ ਨਮਸਕਾਰ ਕਰ। ब्रह्म ज्ञानी सब श्रेष्ठ का करता, ब्रह्म ज्ञानी सद जीवै नहीं मरता। ब्रह्म ज्ञानी सारे जगत नूं बनाउण वाला है। वो सदा ही जिउंदा है, कदे जन्म मरण दे गेड़ विच नहीं आउंदा। ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता। ब्रह्म ज्ञानी जीवां नूं मुक्ति दा राह दस्सण वाला ਤੇ ਉੱਚੇ ਜੀਵਨ ਦੀ ਜੁਗਤ ਦੱਸਣ ਵਾਲਾ ਹੈ। ਉਹ ਜੀਵਾਂ ਨੂੰ ਇਹ ਵੀ ਸਿਖਾਉਂਦਾ ਹੈ ਕਿ ਮਾਇਆ ਦੇ ਬੰਧਨਾਂ ਤੋਂ, ਵਿਕਾਰਾਂ ਤੋਂ ਮੁਕਤੀ ਕਿਵੇਂ ਹਾਸਲ ਕਰਨੀ ਹੈ ਤੇ ਉੱਚਾ ਜੀਵਨ ਕਿਵੇਂ ਜਿਉਣਾ ਹੈ, ਇਹ ਵੀ ਦੱਸਦਾ ਹੈ। ਉਹ ਪੂਰਨ ਪੁਰਖ ਤੇ ਵਿਧਾਤਾ ਹੈ, ਕਾਦਰ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਜਿਨ੍ਹਾਂ ਦਾ ਕੋਈ ਵੀ ਨਹੀਂ, ब्रह्म ज्ञानी उन्हां दा भी है। वो सब की सहायता करता है, उहदा हथ सब के उपर बनिया रहिंदा है। ब्रह्म ज्ञानी का सगल आकार, ब्रह्म ज्ञानी आप निरंकार। आकार तो भाव जो कुछ भी सानू दिसदा है, ये सारा ही जगत ब्रह्म ज्ञानी का अपना है, वो तो प्रतख रब ही है। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्ब का धनी। ब्रह्म ज्ञानी की महिमा कोई ब्रह्म ज्ञानी ही कर सकता है। हे नानक, ब्रह्म ज्ञानी सब जीवां दा मालक है। सो इस दे नाल ही सुखमणी साहिब जी की बाणी की 8ਵੀਂ अष्टपदी की व्याख्या की समाप्ति हुंदी है जी। अज की अष्टपदी दे विच गुरु जी ने सानू ब्रह्म ज्ञानी दे बारे दे विच दस्सिया, साडी जान पछाण ब्रह्म ज्ञानी दे नाल करवाई ते उहदे बेअंत गुणां दे बारे च सानू दस्सिया कि किस प्रकार वो माया तो निर्लेप है, विकारां तो मुक्त है, निर्मल है, पर उपकारी है, दूजियां दा भला करके उन्होंने खुशी मिलती है। परमात्मा दी रज़ा दे विच ओह खुश रहिंदा है, सदा ही बेफिक्री दे विच रहिंदा है, किसी भी प्रकार की कोई चिंता नहीं करता। ब्रह्म ज्ञानी ते आप ही परमात्मा ही है, खुद ही निरंकार ही है। उहदा प्रेम, उहदा हेत सिर्फ ते सिर्फ उस एक अकाल पुरख दे नाल हुंदा है। उस अकाल पुरख दा नाम ही उहदे जीवन दा आधार हुंदा है। सबनां नूं इक्को दृष्टि दे नाल ओह वेखदा है। कोई उहदे लई मित्र नहीं हुंदा, कोई उहदे लई वैरी नहीं हुंदा, क्योंकि मित्र ते वैरी बनाउण वाली मैं ही उन्हें अपने अंदरों खत्म कर लई हुंदी है। सो हुण सानू ब्रह्म ज्ञानी दे गुणां दा पता चल गया है। परमात्मा मिहर करे कि इन्हां गुणां दा तिनका पर भी साडे विच आ जाए, ताकि असीं भी अपने मनुखे जन्म नूं कुछ हद तक सफल कर पाईए। इसे संदेश दे नाल, इसे अरदास बेनती दे नाल ही अज दी वीडियो की समाप्ति करते हैं जी। वाहिगुरू जी का खालसा, वाहिगुरू जी की फतेह।